In multiplier, next we had dynamic concept of multiplier. So a dynamic या गतिशील गुणक की धारणा की है. Let us see. Keynes concept of multiplier is criticized as a static concept. कि Keynes ਦਾ ਜੋ ਮਲਟੀਪਲਾਇਰ ਜਾਂ ਗੁਣਕ ਦੀ ਧਾਰਨਾ ਹੈ ਇਸ ਨੂੰ ਸਟੈਟਿਕ ਗਤੀਹੀਨ ਕਿਹਾ ਗਿਆ ਹੈ. ਸਟੈਟਿਕ ਮਲਟੀਪਲਾਇਰ ਦੇ ਰੂਪ ਵਿੱਚ ਦੇਖਿਆ ਗਿਆ ਹੈ ਤੇ ਇਸ ਦੀ ਆਲੋਚਨਾ ਕੀਤੀ ਗਈ ਹੈ. So now what is this static and what is this dynamic concept? It is a static concept because it simply tells how many times more increase in income will take place or will be there as a result of a given increase in investment. However, this concept does not reveal how and with what time lag this increase in income will take place. कि जिसਨੂੰ ਅਸੀਂ static concept ਕਿਉਂ ਕਹਿ ਰਹੇ ਹਾਂ because here time is not important. How much time it will take for the change in investment to result in change in income. So Keynes just give the final result, not the process, not the time lag. According to Professor Hart, Keynes' concept of multiplier is a static concept because it fails to explain the process and time lag accounting for influence of multiplier. कि ਅਸੀਂ ਇਹ ਤਾਂ ਜਾਣਦੇ ਹਾਂ ਕਿ ਮਲਟੀਪਲਾਇਰ ਦਾ ਪ੍ਰਭਾਵ ਹੈ ਹੋਏਗਾ कि जे K ਦੀ ਵੈਲਿਊ 2 ਹੈ ਤਾਂ ਆਮਦਨ ਦੁੱਗਣੀ ਵਧੇਗੀ ਪਰ ਇਸ ਵਿੱਚ ਟਾਈਮ ਕਿੰਨਾ ਲੱਗੇਗਾ. ਸੋ ਵੈਨ ਟਾਈਮ ਇਜ਼ ਨਾਟ ਇੰਪੋਰਟੈਂਟ, ਟਾਈਮ ਇਜ਼ ਨਾਟ ਗਿਵਨ ਐਨੀ ਇੰਪੋਰਟੈਂਸ, ਦ ਕੰਸੈਪਟ ਇਜ਼ ਕਾਲਡ ਸਟੈਟਿਕ. ਹਾਊ ਦ ਪਾਸਟ ਅਫੈਕਟਸ ਦ ਪ੍ਰੈਜ਼ੈਂਟ ਐਂਡ ਹਾਊ ਦ ਪ੍ਰੈਜ਼ੈਂਟ ਵਿਲ ਅਫੈਕਟ ਦ ਫਿਊਚਰ. ਕਿ ਜੋ ਬੀਤਿਆ ਸਮਾਂ ਹੈ ਉਸ ਦਾ ਅੱਜ ਤੇ ਕੀ ਪ੍ਰਭਾਵ ਹੈ ਤੇ ਅੱਜ ਦਾ ਜੋ ਸਮਾਂ ਹੈ ਇਸ ਦਾ ਆਉਣ ਵਾਲੇ ਸਮੇਂ ਤੇ ਕੀ ਪ੍ਰਭਾਵ ਹੋਏਗਾ. ਜਦੋਂ ਅਸੀਂ ਇਸ ਨੂੰ ਨਜ਼ਰਅੰਦਾਜ਼ ਕਰਦੇ ਹਾਂ, ਇਸ ਨੂੰ ਕੋਈ ਮਹੱਤਵ ਨਹੀਂ ਦਿੰਦੇ, ਤਾਂ ਜੋ ਕੰਸੈਪਟ ਹੈ ਉਸ ਨੂੰ ਅਸੀਂ ਇੱਕ ਤਰ੍ਹਾਂ ਨਾਲ ਸਟੈਟਿਕ ਕੰਸੈਪਟ ਕਹਿੰਦੇ ਹਾਂ, ਸਮਝਦੇ ਹਾਂ. ਸੋ ਅਸੀਂ ਹੁਣ ਦੇਖਾਂਗੇ ਕਿ ਕੇਨਸ ਦਾ ਜੋ ਕੰਸੈਪਟ ਹੈ ਉਹ ਜੇ ਉਸਨੂੰ ਸਟੈਟਿਕ ਰੂਪ ਤੋਂ ਹਟਾ ਕੇ ਅਸੀਂ ਇਸਨੂੰ ਡਾਇਨਾਮਿਕ ਜੋ ਕੰਸੈਪਟ ਦੀ ਤਰ੍ਹਾਂ ਦੇਖੀਏ ਤਾਂ ਇਸ ਵਿੱਚ ਕੀ ਪਰਿਵਰਤਨ ਆਏਗਾ. The modern economists study multiplier in a dynamic form. It means they give importance to time. Means they bring into picture the time lag. ਸਮੇਂ ਦਾ ਵਕਫਾ ਕਿ ਜੇ ਅੱਜ ਆਮਦਨ ਵਧੀ ਹੈ, ਅੱਜ ਨਿਵੇਸ਼ ਹੋਇਆ ਹੈ ਤਾਂ ਇਸ ਦੇ ਨਾਲ ਕਿੰਨਾ ਟਾਈਮ ਲੱਗੇਗਾ ਜਦੋਂ ਕਿ ਆਪਾਂ ਦੇਖਾਂਗੇ ਕਿ ਆਮਦਨ ਫਾਈਨਲੀ ਇਨਕਮ ਵਿੱਚ ਚੇਂਜ ਆਏਗੀ. ਸੋ ਦੋ ਤਰ੍ਹਾਂ ਦੇ ਨਾਲ ਇਸ ਨੂੰ ਇਸ ਦੇ ਵਿੱਚ ਦੋ ਐਗਜ਼ਾਮਪਲ ਲਈਆਂ ਗਈਆਂ ਹਨ. It shows the process of working of multiplier. The modern theory of multiplier is based on following assumptions. Assumption ਕੀ ਨੇ ਜਿਸ ਤੇ ਅਸੀਂ ਹੁਣ ਟਾਈਮ ਲੈਗ ਦੀ ਗੱਲ ਕਰ ਰਹੇ ਹਾਂ, ਸਮੇਂ ਦੇ ਵਕਫੇ ਦੀ ਗੱਲ ਕਰ ਰਹੇ ਹਾਂ, ਉਸ ਨੂੰ ਜਿਹੜਾ ਸਮਝਣਾ ਹੈ. Now see, the consumption of current period depends upon the income of the previous period. यानी कि जो ਆਪਾਂ ਇਹ ਤਾਂ ਜਾਣਦੇ ਹਾਂ ਕਿ ਕੰਜ਼ੰਪਸ਼ਨ ਇਜ਼ ਫੰਕਸ਼ਨ ਆਫ ਇਨਕਮ. ਜੋ ਕੰਜ਼ੰਪਸ਼ਨ ਫੰਕਸ਼ਨ 'ਚ ਆਪਾਂ ਪੜ੍ਹਦੇ ਹਾਂ ਕਿ ਕੰਜ਼ੰਪਸ਼ਨ ਜੋ ਹੈ ਉਹ ਇਨਕਮ ਦਾ ਫੰਕਸ਼ਨ ਹੈ, ਪਰੰਤੂ ਅਸੀਂ ਇਹ ਇੱਥੇ ਟਾਈਮ ਦੀ ਜੇ ਇੰਪੋਰਟੈਂਸ ਦੇਣੀ ਹੈ, ਟਾਈਮ ਦੇ ਬਾਰੇ ਦੱਸਣਾ ਹੈ, ਤਾਂ ਇਸ ਦਾ ਅਰਥ ਇਹ ਹੈ ਕਿ ਜੋ ਅੱਜ ਦੀ ਕੰਜ਼ੰਪਸ਼ਨ ਹੈ ਟੀ ਟਾਈਮ ਕਰੰਟ, ਇਹ ਕਿਸ ਇਨਕਮ ਤੇ ਨਿਰਭਰ ਕਰਦੀ ਹੈ, ਪਿਛਲੇ ਟਾਈਮ ਪੀਰੀਅਡ ਦੀ ਇਨਕਮ ਦੇ ਉੱਤੇ. ਮੀਨਸ ਸੋ ਦ ਕੰਜ਼ੰਪਸ਼ਨ ਲੈਵਲ at present depends upon the level of income in the previous time. ਕਿ ਪਿੱਛੇ ਆਮਦਨ ਕੀ ਸੀ ਉਸ ਦੇ ਉੱਤੇ ਨਿਰਭਰ ਕਰੇਗੀ ਕਿ ਅੱਜ ਖਰਚਾ ਕਿੰਨਾ ਕੀਤਾ ਜਾਏਗਾ. ਇਸ ਦਾ ਮਤਲਬ ਕੰਜ਼ੰਪਸ਼ਨ ਤੇ ਆਮਦਨ ਦੇ ਵਿੱਚ ਟਾਈਮ ਲੈਗ ਹੈ, ਇੱਕ ਪੀਰੀਅਡ ਦਾ ਟਾਈਮ ਲੈਗ ਹੈ ਕਿ ਅੱਜ ਦੀ ਜੋ ਕੰਜ਼ੰਪਸ਼ਨ ਹੈ ਉਹ ਪਿਛਲੀ ਇਨਕਮ ਤੇ ਨਿਰਭਰ ਕਰਦੀ ਹੈ. then there is time lag between investment and income. ਕਿ ਨਿਵੇਸ਼ ਵਿੱਚ ਪਰਿਵਰਤਨ ਹੋਣ ਨਾਲ ਆਮਦਨ ਵਿੱਚ ਪਰਿਵਰਤਨ ਆਏਗਾ, ਪਰ ਇਸ ਦੇ ਵਿੱਚ ਵੀ ਸਮਾਂ ਲੱਗੇਗਾ, ਸਮੇਂ ਦਾ ਵਕਫਾ ਹੈ, ਟਾਈਮ ਲੈਗ ਹੈ. ਸੋ ਜਿਸ ਤਰ੍ਹਾਂ ਕਿ ਆਪਾਂ ਕਹਿ ਰਹੇ ਹਾਂ ਕਿ ਆਉਣ ਵਾਲੇ ਸਮੇਂ ਦੀ ਆਮਦਨ ਹੈ T+1, ਪਲੱਸ ਮੀਨਸ ਨੈਕਸਟ ਪੀਰੀਅਡ. ਸੋ ਦ ਪ੍ਰੈਜ਼ੈਂਟ ਇਨਵੈਸਟਮੈਂਟ, ਸੋ ਦਿਸ ਇਨਵੈਸਟਮੈਂਟ you can see the change in investment in current time T will result into change in income but in the next period, means in the future T+1. So there is a time lag in income and investment and consumption and income both. So ਜਦੋਂ ਅਸੀਂ ਇਹਨਾਂ ਦੋਨਾਂ ਨੂੰ ਟਾਈਮ ਲੈਗ ਨੂੰ ਵਿੱਚ ਲੈ ਕੇ ਆਉਂਦੇ ਹਾਂ, ਸਮੇਂ ਦੇ ਵਕਫੇ ਨੂੰ ਵਿੱਚ ਇਨਕਲੂਡ ਕਰਦੇ ਹਾਂ, ਤਾਂ ਇਸ ਦਾ ਜੋ ਹੈ ਉਹ ਸੰਬੰਧ ਜੋ ਹੈ ਉਹ ਡਾਇਨਾਮਿਕ ਮਲਟੀਪਲਾਇਰ ਨਾਲ ਬਣ ਜਾਂਦਾ ਹੈ. ਸੋ ਡਾਇਨਾਮਿਕ ਮਲਟੀਪਲਾਇਰ brings into picture the importance of the ਟਾਈਮ ਲੈਗ. ਸੋ ਸਮਾਂ ਜੋ ਹੈ ਉਸਨੂੰ ਜੋ ਹੈ ਉਹ ਮਹੱਤਵ ਦਿੱਤਾ ਗਿਆ ਹੈ ਕਿ ਸਮੇਂ ਦੇ ਨਾਲ ਸੋ ਵਕਫਾ ਹੈ, ਇਸ ਵਿੱਚ ਸਮਾਂ ਲੱਗਦਾ ਹੈ ਕਿ ਜੇ ਅੱਜ ਆਮਦਨ ਹੈ ਤਾਂ ਇਸ ਦੇ ਨਾਲ
ਕੰਜ਼ੰਪਸ਼ਨ ਜੋ ਹੈ ਉਹ ਆਉਣ ਵਾਲੇ ਸਮੇਂ ਦੀ ਚੇਂਜ ਹੋਏਗੀ ਅਤੇ ਜੇ ਅੱਜ ਨਿਵੇਸ਼ ਕੀਤਾ ਹੈ ਤਾਂ ਇਸ ਦੇ ਵਿੱਚ ਜੋ ਆਮਦਨ ਵਿੱਚ ਪਰਿਵਰਤਨ ਆਏਗਾ ਉਹ ਹੁਣੇ ਨਹੀਂ ਆ ਜਾਏਗਾ, ਉਸ ਵਿੱਚ ਸਮਾਂ ਲੱਗੇਗਾ। ਸੋ ਇਸ ਨੂੰ ਹੀ ਡਾਇਨਾਮਿਕ ਕੰਸੈਪਟ ਕਿਹਾ ਜਾਂਦਾ ਹੈ। ਇਸ ਨੂੰ ਦੋ ਤਰ੍ਹਾਂ ਪੜ੍ਹਿਆ ਜਾਂਦਾ ਹੈ ਕਿ ਜੇਕਰ ਇੱਕ ਵਾਰ ਨਿਵੇਸ਼ ਕਰਕੇ ਛੱਡ ਦਿੱਤਾ ਜਾਏ, ਸਿੰਗਲ ਇੰਜੈਕਸ਼ਨ ਆਫ ਮਲਟੀ ਇਨਵੈਸਟਮੈਂਟ ਔਰ ਸਿੰਗਲ ਡੋਜ਼ ਆਫ ਮਲਟੀ ਇਨਵੈਸਟਮੈਂਟ, and then we use the continuous injection of investment. So we will study the functioning of multiplier in the context of single dose of investment and continuous doses of ਇਨਵੈਸਟਮੈਂਟ, ਕਿ ਜੇ ਨਿਵੇਸ਼ ਇੱਕ ਵਾਰੀ ਕੀਤਾ ਗਿਆ ਤੇ ਮੁੜ ਕੇ ਛੱਡ ਦਿੱਤਾ ਗਿਆ ਤਾਂ ਉਹਦਾ ਕੀ ਅਸਰ ਹੋਏਗਾ, ਤੇ ਜੇ ਲਗਾਤਾਰ ਨਿਵੇਸ਼ ਹੋਏਗਾ ਤਾਂ ਉਹ ਕਿਸ ਤਰ੍ਹਾਂ ਅਸਰ ਕਰੇਗਾ। ਅਸੀਂ ਇਹਨੂੰ ਦੋਨੇ ਤਰੀਕਿਆਂ ਨਾਲ ਦੇਖ ਸਕਦੇ ਹਾਂ। ਸੋ ਵੀ ਵਿਲ ਸੀ ਫਸਟ the dynamic multiplier when there is single injection of investment or single dose of investment। ਜਿਸ ਤਰ੍ਹਾਂ ਕਿ ਅਸੀਂ ਮਲਟੀਪਲਾਇਰ ਦੇ ਪ੍ਰੋਸੈਸ ਵਿੱਚ ਵੀ ਦੇਖਿਆ ਸੀ ਕਿ ਜੋ ਇੱਕ ਵਾਰੀ ਨਿਵੇਸ਼ ਕੀਤਾ ਜਾਏਗਾ, ਦੁਬਾਰਾ ਨਿਵੇਸ਼ ਨਾ ਕੀਤਾ ਜਾਏ ਤਾਂ ਫਿਰ ਉਸਦਾ ਅਸਰ ਹੌਲੀ ਹੌਲੀ ਘਟ ਜਾਂਦਾ ਹੈ। ਸੋ now we will repeat the same example or same table here, but the only thing is that we now bring into account the time lag, ਕਿ ਸਮੇਂ ਦਾ ਵਕਬਾ ਹੈ ਕਿ ਜੇ ਅੱਜ ਨਿਵੇਸ਼ ਹੋਇਆ ਹੈ ਤਾਂ ਉਸ ਦੇ ਨਾਲ ਜੋ ਆਮਦਨ ਵਿੱਚ ਪਰਿਵਰਤਨ ਆਇਆ ਹੈ, ਕਿਸੇ ਦਾ ਖਰਚਾ, ਇੱਕ ਦਾ ਖਰਚਾ ਦੂਜੇ ਦੀ ਆਮਦਨ, ਜੋ ਆਪਾਂ ਆਲਰੇਡੀ ਦੇਖਿਆ ਸੀ। ਸੋ ਐਕਸਪੈਂਡੀਚਰ ਬਾਏ ਵਨ ਵਿਲ ਰਿਜ਼ਲਟ ਇਨ ਚੇਂਜ ਇਨ ਇਨਕਮ ਆਫ ਦਾ ਅਦਰ ਪੀਪਲ, ਕਿ ਕੁਝ ਲੋਕਾਂ ਨੇ ਸਮਾਨ ਖਰੀਦਿਆ ਹੈ 100 ਕਰੋੜ ਦਾ ਕੈਪੀਟਲ ਗੁੱਡਸ ਤੇ ਕੁਝ ਲੋਕਾਂ ਨੇ 100 ਕਰੋੜ ਦੀਆਂ ਕੈਪੀਟਲ ਗੁੱਡਸ ਵੇਚੀਆਂ ਹਨ। ਸੋ ਜੇ ਕਿਸੇ ਨੇ ਅੱਜ ਖਰੀਦੀਆਂ ਹਨ 100 ਕਰੋੜ ਦੀਆਂ ਕੈਪੀਟਲ ਗੁੱਡਸ ਤੇ ਜੇ ਕਿਸੇ ਨੇ ਅੱਜ ਹੀ ਵੇਚੀਆਂ ਹਨ ਤਾਂ ਉਸ ਦੇ ਵਿੱਚ ਜੋ ਚੇਂਜ ਤਾਂ ਇੱਕ ਤਰ੍ਹਾਂ ਨਾਲ ਇਨਕਮ ਵਿੱਚ ਇੱਕ ਚੇਂਜ ਤਾਂ ਉਸੇ ਵੇਲੇ ਆ ਜਾਏਗੀ। ਸੋ ਵੈਨ ਦੇਰ ਇਜ਼ increase in investment expenditure to the tune of 100 crore, it means some people have bought the capital goods of rupees 100 crore. So those who have sold these goods of 100 crore, their income will increase by 100 crore here. But as we know there is time lag, ਕਿ ਜਿਸ ਤਰ੍ਹਾਂ ਕਿ ਆਪਾਂ ਦੇਖਿਆ ਸੀ ਕਿ ਜੋ ਕੰਜ਼ੰਪਸ਼ਨ ਹੈ ਕਰੰਟ ਪੀਰੀਅਡ ਦੀ, ਇਹ ਡਿਪੈਂਡ ਕਰਦੀ ਹੈ ਪਿਛਲੇ ਪੀਰੀਅਡ ਦੀ ਇਨਕਮ ਦੇ ਉੱਤੇ। ਸੋ ਜਿਸ ਤਰ੍ਹਾਂ ਕਿ ਆਪਾਂ ਦੇਖ ਰਹੇ ਹਾਂ ਕਿ ਜੇ ਅਸੀਂ ਰਾਊਂਡ 1 ਤੋਂ ਸ਼ੁਰੂ ਕੀਤਾ ਹੈ, ਪਿੱਛੇ ਅਸੀਂ ਬਿਲਕੁਲ ਕੁਝ ਨਹੀਂ ਲੈ ਰਹੇ, ਕੋਈ ਵੀ ਵੈਲਿਊ ਨਹੀਂ ਹੈ, ਆਪਾਂ 1 ਤੋਂ ਸ਼ੁਰੂ ਕਰ ਰਹੇ ਹਾਂ ਰਾਊਂਡ 1। ਵੈਨ ਦੇਰ ਇਜ਼ ਇਨਕਰੀਜ਼ ਇਨ 100 ਕਰੋੜ ਇਨ ਇਨਵੈਸਟਮੈਂਟ, ਕਿ ਜੇ 100 ਕਰੋੜ ਦਾ ਖਰਚਾ ਕੀਤਾ ਗਿਆ ਕੈਪੀਟਲ ਗੁੱਡਸ ਤੇ, ਜਿਨ੍ਹਾਂ ਲੋਕਾਂ ਨੇ 100 ਕਰੋੜ ਦੀਆਂ ਗੁੱਡਸ ਖਰੀਦੀਆਂ ਨੇ ਉਹਨਾਂ ਦੇ ਲਈ ਇਹ ਖਰਚਾ ਹੈ, ਜਿਨ੍ਹਾਂ ਨੇ 100 ਕਰੋੜ ਦੀਆਂ ਵੇਚੀਆਂ ਉਹਨਾਂ ਦੇ ਲਈ ਆਮਦਨ। ਸੋ ਇਹ 100 ਕਰੋੜ ਦਾ ਖਰਚਾ ਹੈ, 100 ਕਰੋੜ ਦੀ ਆਮਦਨ ਬਣ ਜਾਏਗਾ। ਨਾਓ ਵਾਟ ਵਿਲ ਹੈਪਨ, ਦੇਰ ਇਜ਼ ਨੋ ਚੇਂਜ ਇਨ ਸੀ ਕੰਜ਼ੰਪਸ਼ਨ ਹੇਅਰ, ਕਿਉਂਕਿ ਇਹ ਜੋ ਫਸਟ ਰਾਊਂਡ ਵਿੱਚ ਚੇਂਜ ਆਈ ਇਨਕਮ ਦੀ, ਕਿਉਂਕਿ ਟਾਈਮ ਲੈਗ ਹੈ, ਇਸ ਕਰਕੇ ਕੰਜ਼ੰਪਸ਼ਨ ਵਿੱਚ ਕੋਈ ਚੇਂਜ ਨਹੀਂ ਹੈ। So this is change in investment, this is change in income. But since there is time lag, now what will happen? In the second round, because MPC is 0.5, 1/2 and delta C we know MPC into delta Y. So out of this increase in 100 crore, so ਜਿਹੜਾ ਇਹ 100 ਕਰੋੜ ਦਾ ਖਰਚਾ ਇੱਥੇ ਹੋਇਆ ਸੀ ਉਹ 100 ਕਰੋੜ ਦੀ ਇਨਕਮ ਬਣ ਗਈ, ਤਾਂ ਇਸ 100 ਕਰੋੜ ਦੀ ਇਨਕਮ ਚੇਂਜ ਆਈ ਹੈ, ਇਸਨੇ ਇਸ ਸਪੀਡ ਦੇ ਵਿੱਚ ਨਹੀਂ ਬਲਕਿ ਅਗਲੇ ਰਾਊਂਡ ਵਿੱਚ ਸੀ ਹੈ। So the change in income of 100 crore in the first round will lead to change in consumption in the second round, ਕਿਉਂਕਿ time lag ਹੈ। So ਜੋ T time ਦੇ ਵਿੱਚ ਜਾਂ ਫਸਟ ਰਾਊਂਡ ਵਿੱਚ ਜੋ ਇਨਕਮ ਵਿੱਚ ਚੇਂਜ ਆਈ ਹੈ ਉਸ ਦੇ ਨਾਲ ਫਸਟ ਰਾਊਂਡ ਦੀ ਕੰਜ਼ੰਪਸ਼ਨ ਵਿੱਚ ਕੋਈ ਚੇਂਜ ਨਹੀਂ ਆਏਗੀ, ਬਲਕਿ ਉਸ ਤੋਂ ਅਗਲੇ ਰਾਊਂਡ ਵਿੱਚ ਆਏਗੀ। ਇੱਥੇ ਯੂ ਕੈਨ ਸੀ। ਸੋ ਇਸ 100 ਕਰੋੜ ਦੀ ਆਮਦਨ ਵਿੱਚੋਂ ਕੁਝ ਲੋਕ ਜਿਨ੍ਹਾਂ ਦੀ ਆਮਦਨੀ ਵਧੀ ਹੈ, ਜਿਨ੍ਹਾਂ ਨੇ ਇਹ ਸਮਾਨ ਵੇਚਿਆ, their income will increase by 100 crore, and as per MPC, out of these 100 crore, they will spend 50 crore on consumer goods. It means they will buy consumer goods of rupees 50 crore. So they will buy consumer goods of 50 crore and somebody will sell consumer goods of 50 crore. So ਇਹਨਾਂ ਨੇ ਖਰੀਦੀਆਂ ਹਨ, ਇਸ ਕਰਕੇ ਨੇ ਇਹਨਾਂ ਦੇ ਲਈ ਇਹ ਖਰਚਾ ਬਣ ਗਿਆ 50 ਕਰੋੜ ਦੀਆਂ ਕੰਜ਼ਿਊਮਰ ਗੁੱਡਸ ਦਾ, ਤੇ ਜਿਨ੍ਹਾਂ ਨੇ ਵੇਚੀਆਂ ਨੇ ਉਹਨਾਂ ਦੇ ਲਈ ਇਹ ਕੀ ਬਣ ਜਾਏਗੀ ਆਮਦਨ। So you can see here. So this change in consumption 50 crore will lead to change in income of 50 crore in second round, and then this change of 50 crore in income in the second round will lead to change in consumption in the third round. See, and this change in third round of rupees 25 crore, ਕਿ ਜੋ 25 ਕਰੋੜ ਦਾ ਖਰਚਾ ਹੈ 50 ਕਰੋੜ ਦੇ ਵਿੱਚੋਂ ਇਹੀ 25 ਕਰੋੜ ਦਾ ਖਰਚਾ ਇੱਧਰ
25 ਕਰੋੜ ਦੀ ਆਮਦਨ। ਸੋ ਜਿਹੜੀ ਥਰਡ ਰਾਉਂਡ ਵਿੱਚ ਚੇਂਜ ਆਈ ਹੈ ਇਨਕਮ ਦੇ ਵਿੱਚ, ਇਹਦੇ ਨਾਲ ਕੰਜ਼ੰਪਸ਼ਨ ਚੇਂਜ ਹੋਏਗੀ ਫੋਰਥ ਰਾਉਂਡ ਦੇ ਵਿੱਚ। ਅੱਗੇ ਦੇਖੋ, ਸੋ ਇੱਕ ਰਾਉਂਡ ਜੋ ਕੰਜ਼ੰਪਸ਼ਨ ਵਿੱਚ ਚੇਂਜ ਹੈ ਉਹ ਇੱਕ ਰਾਉਂਡ ਬਾਅਦ ਵਿੱਚ ਆ ਰਹੀ ਹੈ ਕਿਉਂਕਿ ਟਾਈਮ ਲੈਗ ਹੈ। ਸੋ ਇਹੀ ਜੋ ਲੌਜਿਕ ਆਪਾਂ ਦੇਖਿਆ ਸੀ, ਇੱਕ ਦਾ ਖਰਚਾ ਦੂਸਰੇ ਦੀ ਆਮਦਨ ਬਣਦਾ ਜਾਏਗਾ। ਤਾਂ ਇਹ ਜੋ ਉਹੀ ਐਗਜ਼ਾਮਪਲ ਹੈ, ਬਸ ਸਿਰਫ ਇੱਥੇ ਫਰਕ ਇਹ ਹੈ ਜੋ ਆਪਾਂ ਆਲਰੇਡੀ ਦੇਖਿਆ ਸੀ ਮਲਟੀਪਲਾਇਰ ਪ੍ਰੋਸੈਸ ਦੇ ਵਿੱਚ, ਸਿਰਫ ਇਹ ਆਪਾਂ ਟਾਈਮ ਲੈਗ ਇਨਕਲੂਡ ਕਰ ਲਿਆ ਹੈ। ਵੀ ਹੈਵ ਜਸਟ ਇਨਕਲੂਡਡ ਟਾਈਮ ਲੈਗ। So you can see the change in consumption takes place out of this 100, 50, then out of this 50, 25, out of this 25, 12.5, then this out of this 12.5, 6.25, then this 6.25 change in consumption is change in income of some people. तो इस जो ये जो फिफ्थ राउंड ਦੇ ਵਿੱਚ ਚੇਂਜ ਹੈ ਇਨਕਮ ਦੀ, ਇਹ ਸਿਕਸਥ ਰਾਉਂਡ ਦੇ ਵਿੱਚ ਕੰਜ਼ੰਪਸ਼ਨ ਵਿੱਚ ਚੇਂਜ ਲੈ ਕੇ ਆਏਗੀ। ਸੋ ਇਹ ਪ੍ਰੋਸੈਸ ਇਸ ਤਰ੍ਹਾਂ ਚੱਲਦਾ ਜਾਏਗਾ ਜਿਹਦੇ ਵਿੱਚ ਇੱਕ ਟਾਈਮ ਲੈਗ आ जाएगा। सो ये लगातार प्रोसेस इस तरह कंटिन्यू होएगा कब तक, टिल देयर इज नो फर्दर चेंज इन कंजम्पशन। क्योंकि एक बार चेंज आई है जो आमदन में, पहला 100 दी आई है तो फिर 50, फिर 25, 50, 25 इधर, देन 12.5, 6.25। ये चेंज अगली जो चेंज है वो कंजम्पशन में चेंज करके है, तो हौली हौली इसका असर लगातार करता जा रहा है। तो कंजम्पशन के अनुसार जो इनकम भी चेंज है वो भी घटती जा रही है, यू कैन सी। सो दिस विल कंटिन्यू अप टू से nth round. So then there will no change in consumption, no change in income. So by the time this happens, since the value of k is 2 here, k ਦੀ वैल्यू जो है वो 2 आ जाएगी क्योंकि MPC 1.5 है तो k ਦੀ वैल्यू 2 होएगी। सो जे 100 करोड़ की आमदन में चेंज आई, इन्वेस्टमेंट में चेंज आई है तो आमदन में चेंज 200 करोड़ की आएगी। इस विच 100 करोड़ का कंजम्पशन का खर्चा तो 100 करोड़ बचत हो जाएगी। सो दिस इज हाउ वी कैन एक्सप्लेन द डायनामिक multiplier with the help of this same example, numerical example. The only thing is that we bring into a time lag. The importance of time कि जो consumption ਵਿੱਚ परिवर्तन सेकंड राउंड ਵਿੱਚ आएगा वो किस इनकम ਤੇ डिपेंड करता है, फर्स्ट राउंड ਦੀ। थर्ड राउंड ਦਾ जो कंजम्पशन ਵਿੱਚ चेंज है वो सेकंड राउंड ਦੀ इनकम ਤੇ। So like this you can see. So this will continue like this till there is no further change in consumption, no further change in income, so up to nth round। ठीक है, सो इस तरह आप इसको जोड़ा है वो समझ सकते हैं। नाउ दिस इज द फर्स्ट कंसेप्ट ऑफ डायनामिक मल्टीप्लायर व्हेन वी हैव ओनली सिंगल डोज ऑफ इन्वेस्टमेंट कि जे इस तरह एक बार इन्वेस्ट करके छड़ता जाए तो उसका असर आमदन से जो है हौली हौली घट होता जाएगा। यू कैन सी हियर तो हौली हौली ये घटता खत्म हो जाएगा as it is shown in this diagram as well. So first this much change in income due to change in investment, then it is 5, then 2.5, like this. So you can also repeat the same diagram that we draw when we first explain the concept of multiplier, process of multiplier. There we also saw how the initial change in investment will lead to change in income, but that change, the increase in income will go on diminishing और लगातार घटती जाएगी। सो उसको भी रिपीट किया जा सकता है। नेक्स्ट वी विल डिस्कस कंटिन्यूअस इंजेक्शन ऑफ इन्वेस्टमेंट। व्हेन देयर इज कंटिन्यूअस इंजेक्शन ऑफ इन्वेस्टमेंट मींस इन्वेस्टमेंट takes place continuously in every period, in every round there is change in investment as well. So how this will lead to change in or many more time change in income, that is called the dynamic concept of multiplier or the process of dynamic multiplier when there is continuous change in investment.